प्यारे विद्यार्थियों, मैं डॉक्टर हरविंदर कौर एसोसिएट प्रोफैसर पंजाबी गवर्नमेंट नैशनल कॉलेज सरसा BA भाग दूजा ਸਮੈਸਟਰ ਤੀਜਾ ਦੇ ਪਾਠਕ੍ਰਮ ਵਿੱਚ ਸ਼ਾਮਲ ਛੰਦਾਂ ਬਾਰੇ ਤੁਹਾਡੇ ਨਾਲ ਗੱਲ ਕਰਾਂਗੀ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਛੰਦ ਕੀ ਹੁੰਦੇ ਹਨ। ਛੰਦ ਉਸ ਰਚਨਾ ਨੂੰ ਕਹਿੰਦੇ ਹਨ ਜਿਸ ਦੀ ਹਰ ਤੁਕ ਵਿੱਚ ਵਰਣਾਂ ਅਤੇ ਮਾਤਰਾਵਾਂ ਦੀ ਗਿਣਤੀ ਇੱਕ ਖਾਸ ਤੋਲ ਦੇ ਅਨੁਸਾਰ ਰੱਖੀ ਗਈ ਹੋਵੇ। ਵਰਣ ਦੋ ਤਰ੍ਹਾਂ ਦੇ ਹੁੰਦੇ ਹਨ, ਲਘੂ ਅਤੇ ਗੁਰੂ। ਮੁਕਤਾ ਨੂੰ ਲਘੂ ਵਰਨ ਮੰਨਿਆ ਜਾਂਦਾ ਹੈ। ਜਿਸ ਅੱਖਰ ਨੂੰ ਕੋਈ ਮਾਤਰਾ ਨਹੀਂ ਲੱਗੀ ਹੁੰਦੀ ਉਸ ਨੂੰ ਮੁਕਤਾ ਕਹਿੰਦੇ ਹਨ। ਇਸ ਦੀ ਇੱਕ ਮਾਤਰਾ ਮੰਨੀ ਜਾਂਦੀ ਹੈ। ਸਿਹਾਰੀ ਤੇ ਔਂਕੜ ਲੱਗਣ ਨਾਲ ਵੀ ਅੱਖਰ ਜਾਂ ਵਰਣ ਲਘੂ ਬਣਦੇ ਹਨ। ਲਘੂ ਵਰਣ ਦੀ ਇੱਕ ਮਾਤਰਾ ਮੰਨੀ ਜਾਂਦੀ ਹੈ। ਕੰਨਾ, ਬਿਹਾਰੀ, ਦੁਲੈਂਕੜ, ਲਾਂ, ਦੁਲਾਂ, ਹੋੜਾ, ਕਨੋੜਾ, ਟਿੱਪੀ, ਅੱਧਕ ਲੱਗਣ ਨਾਲ ਅੱਖਰ ਗੁਰੂ ਬਣਦੇ ਹਨ। ਗੁਰੂ ਵਰਣ ਦੀਆਂ ਦੋ ਮਾਤਰਾ ਮੰਨੀਆਂ ਜਾਂਦੀਆਂ ਹਨ। ਛੰਦ ਤਿੰਨ ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਹੈ ਵਰਣਿਕ ਛੰਦ। ਇਸ ਵਿੱਚ ਕੇਵਲ ਵਰਣਾਂ ਅੱਖਰਾਂ ਦੀ ਗਿਣਤੀ ਕੀਤੀ ਜਾਂਦੀ ਹੈ ਤੇ ਮਾਤਰਾਵਾਂ ਦੀ ਗਿਣਤੀ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ। ਦੂਜਾ ਹੈ ਮਾਤਰਿਕ ਛੰਦ। ਇਸ ਵਿੱਚ ਸਿਰਫ ਮਾਤਰਾਵਾਂ ਦੀ ਗਿਣਤੀ ਕੀਤੀ ਜਾਂਦੀ ਹੈ ਅਤੇ ਵਰਣਾਂ ਦੀ ਗਿਣਤੀ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ। ਭਾਵ ਅੱਖਰਾਂ ਦੀ ਗਿਣਤੀ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ, ਸਿਰਫ ਮਾਤਰਾਵਾਂ ਦੀ ਗਿਣਤੀ ਕੀਤੀ ਜਾਂਦੀ ਹੈ। ਤੀਸਰਾ ਹੈ ਗਣਕ ਛੰਦ। ਇਹਨਾਂ ਵਿੱਚ ਗਣ ਦੀ ਚਾਲ ਦਾ ਖਿਆਲ ਰੱਖਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜਾਪ ਸਾਹਿਬ ਵਿੱਚ ਇਸ ਛੰਦ ਦੀ ਵਰਤੋਂ ਕੀਤੀ ਗਈ ਹੈ। ਇਹ ਛੰਦ ਘੱਟ ਵਰਤਿਆ ਜਾਂਦਾ ਹੈ। ਜ਼ਿਆਦਾ ਵਰਣਿਕ ਤੇ ਮਾਤਰਿਕ ਛੰਦ, ਜਿਨ੍ਹਾਂ ਬਾਰੇ ਅੱਗੇ ਮੈਂ ਤੁਹਾਨੂੰ ਵਿਸਥਾਰ 'ਚ ਦੱਸਾਂਗੀ, ਉਹ ਜ਼ਿਆਦਾ ਵਰਤੇ ਜਾਂਦੇ ਹਨ। ਸਭ ਤੋਂ ਪਹਿਲਾ ਛੰਦ ਹੈ ਕਵਿਤ ਛੰਦ। ਇਹ ਇੱਕ ਵਰਣਿਕ ਛੰਦ ਹੈ। ਇਸ ਦੀਆਂ 4 ਤੁਕਾਂ ਹੁੰਦੀਆਂ ਹਨ। ਹਰ ਤੁਕ ਵਿੱਚ 31 ਜਾਂ 32 ਅੱਖਰ ਇਸ ਤਰ੍ਹਾਂ ਜੋੜੇ ਹੁੰਦੇ ਨੇ ਕਿ ਪਹਿਲੇ 3 ਵਿਸ਼ਰਾਮ 8-8 ਅੱਖਰਾਂ ਉੱਤੇ ਅਤੇ ਚੌਥਾ ਵਿਸ਼ਰਾਮ 7 ਜਾਂ 8 ਅੱਖਰਾਂ ਉੱਤੇ, ਭਾਵ ਤੁਕ ਦੇ ਅਖੀਰ ਵਿੱਚ ਹੁੰਦਾ ਹੈ। ਉਦਾਹਰਣ ਵਜੋਂ ਉਦਾਹਰਣ ਲਿਖਾਂਗੇ। ਉੱਪਰ ਪਹਿਲਾਂ ਇਹ ਲਿਖਾਂਗੇ 4 ਤੁਕਾਂ 8 ਜਮਾ 8 ਜਮਾ 8 ਜਮਾ 7 ਵਿਸ਼ਰਾਮ 31 ਅੱਖਰ। ਫਿਰ ਉਦਾਹਰਣ ਲਿਖਾਂਗੇ ਚੱਲ ਮਨਾ ਤੁਰੀ ਚੱਲ ਸੱਚੇ ਰਾਹੇ ਲੱਕ ਬੰਨ, ਪੁੱਜ ਉਸ ਦਰ ਉੱਤੇ ਜਿੱਥੇ ਅੰਤ ਜਾਣਾ ਹੈ। ਰਿਸ਼ੀ ਮੁਨੀ ਜਪੀ ਤਪੀ ਸਾਧ ਸੰਤ ਜੋਗੀਆਂ ਦਾ ਆਸਰਾ ਹੈ ਉਹ ਸੱਚਾ, ਉਹ ਹੀ ਟਿਕਾਣਾ ਹੈ। ਫਿਰ ਗਿਣਾਂਗੇ ਕਿ ਜਿੰਨੇ 'ਤੇ ਅਸੀਂ ਵਿਸ਼ਰਾਮ ਲਿਖਿਆ ਹੈ ਉਨੇ ਅੱਖਰਾਂ ਦੇ ਵਿਸ਼ਰਾਮ ਹੈ ਜਾਂ ਨਹੀਂ। 2 4 6 8 ਤੋਂ ਬਾਅਦ ਵਿਸ਼ਰਾਮ ਹੈ। ਫਿਰ 2 4 6 ਫਿਰ 8 ਤੋਂ ਬਾਅਦ 2 4 6 8 ਤੋਂ ਬਾਅਦ 2 4 6 7 ਤੋਂ ਬਾਅਦ। ਇਸ ਤਰ੍ਹਾਂ 8 8 8 ਤੇ 7 ਤੇ ਵਿਸ਼ਰਾਮ। ਅਗਲੀਆਂ ਦੋ ਲਾਈਨਾਂ 'ਚ ਵੀ ਐਵੇਂ 2 4 6 8 ਤੇ ਵਿਸ਼ਰਾਮ, ਫਿਰ 2 4 3 7 8 ਤੇ ਵਿਸ਼ਰਾਮ, ਫਿਰ 3 4 2 6 2 8 ਤੇ ਵਿਸ਼ਰਾਮ, ਫਿਰ 2 3 3 6 ਤੇ 1 7 ਤੇ ਵਿਸ਼ਰਾਮ। ਜਿੰਨੇ ਤੇ ਅਸੀਂ ਉੱਪਰ ਵਿਸ਼ਰਾਮ ਲਿਖੇ ਹਨ ਓਨੀ ਗਿਣਤੀ ਥੱਲੇ ਵਰਣਾਂ ਦੀ ਪੂਰੀ ਹੋਣੀ ਚਾਹੀਦੀ ਹੈ। ਓਨੇ ਤੇ ਹੀ ਵਿਸ਼ਰਾਮ ਹੋਣਾ ਚਾਹੀਦਾ, ਤਾਂ ਹੀ ਇਹ ਛੰਦ ਸਹੀ ਲਿਖਿਆ ਮੰਨਿਆ ਜਾਏਗਾ। ਕਵਿਤ ਦੀ ਦੂਜੀ ਉਦਾਹਰਣ ਵੇਖਾਂਗੇ। 4 ਤੁਕਾਂ 8 8 8 ਤੇ 8 ਤੇ ਵਿਸ਼ਰਾਮ 32 ਅੱਖਰ। ਜੇ ਤੂੰ ਪੰਗ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ, ਪੱਲਾ ਫੜੀ ਘੁੱਟ ਕੇ ਤੂੰ ਜੱਗ ਵਿੱਚ ਇੱਕ ਦਾ ਹੀ, ਜਣੇ ਖਣੇ ਨਾਲ ਪਿਆ ਐਵੇਂ ਨਾ ਪਿਆਰ ਗੰਢ। ਇੱਥੇ ਫਿਰ ਗਿਣਾਂਗੇ ਵਰਨ 1 2 2 4 3 7 8 ਤੇ ਵਿਸ਼ਰਾਮ, ਫਿਰ 2 4 3 7 8 ਤੇ, ਫਿਰ 3 4 2 6 2 8 ਤੇ, ਫਿਰ 3 3 6 2 8 ਤੇ। ਅੱਗੇ ਵੀ ਉਵੇਂ 2 4 3 7 8 ਤੇ, ਫਿਰ 2 2 4 2 6 7 8, 2 4 6 8, ਫਿਰ 2 3 3 6 ਤੇ 2 8। ਇਸ ਤਰ੍ਹਾਂ 8 ਵਰਨਾਂ ਤੋਂ ਬਾਅਦ ਵਿਸ਼ਰਾਮ, ਫਿਰ 8 ਤੋਂ ਬਾਅਦ, ਫਿਰ 8 ਤੋਂ ਬਾਅਦ, ਫਿਰ 8 ਤੋਂ ਬਾਅਦ। ਇਸ ਤਰ੍ਹਾਂ 32 ਅੱਖਰ ਇੱਥੇ ਜੋੜੇ ਗਏ ਹਨ। ਜਿੰਨੇ 'ਤੇ ਵੀ ਆਪਾਂ ਵਿਸ਼ਰਾਮ ਉੱਤੇ ਲਿਖਾਂਗੇ ਉਨੇ ਅੱਖਰ ਇੱਥੇ ਪੂਰੇ ਹੋਣੇ ਚਾਹੀਦੇ ਹਨ, ਤਾਂ ਹੀ ਇਸ ਪ੍ਰਸ਼ਨ ਵਿੱਚ ਤੁਹਾਨੂੰ ਪੂਰੇ ਨੰਬਰ ਮਿਲ ਸਕਦੇ ਨੇ। ਜੇ ਲਿਖਣ ਵਿੱਚ ਗਲਤੀ ਨਹੀਂ ਹੈ, ਵਰਨਾਂ ਦੀ ਗਿਣਤੀ ਬਿਲਕੁਲ ਸਹੀ ਹੈ, ਤੇ ਪੂਰੇ ਨੰਬਰ ਇਸ ਪ੍ਰਸ਼ਨ ਵਿੱਚ ਮਿਲ ਸਕਦੇ ਹਨ। ਅਗਲਾ ਹੈ ਕੋਰੜਾ ਛੰਦ।
ਇਹ ਇੱਕ ਵਰਣਿਕ ਛੰਦ ਹੈ। ਇਸ ਦੀਆਂ 4 ਤੁਕਾਂ ਹੁੰਦੀਆਂ ਨੇ। ਹਰ ਤੁਕ ਵਿੱਚ 13 ਜਾਂ 14 ਅੱਖਰ ਜੋੜੇ ਹੁੰਦੇ ਨੇ। ਪਹਿਲਾ ਵਿਸ਼ਰਾਮ 6 ਜਾਂ 7 ਅੱਖਰਾਂ ਉੱਤੇ ਤੇ ਦੂਜਾ ਵਿਸ਼ਰਾਮ ਅਗਲੇ 7 ਅੱਖਰਾਂ ਉੱਤੇ ਭਾਵ ਤੁਕ ਦੇ ਅਖੀਰ ਵਿੱਚ ਹੁੰਦਾ ਹੈ। ਇਹਦੀ ਉਦਾਹਰਨ ਫਿਰ ਉਵੇਂ ਹੀ ਲਿਖਾਂਗੇ। 4 ਤੁਕਾਂ 6 ਜਮਾ 7 ਤੇ ਵਿਸ਼ਰਾਮ 13 ਅੱਖਰ। ਕਦੇ ਵੀ ਨਾ ਵਸ ਪੈਣਾ ਸ਼ਾਹੂਕਾਰ ਦੇ, ਲੱਡੂ ਪੇੜੇ ਖਾਣਾ, ਮੂਲ ਨਾ ਉਧਾਰ ਦੇ, ਵਾਦੀ ਨਾ ਉਧਾਰ, ਵਾਲੀ ਤੁਸਾਂ ਧਾਰਨੀ, ਲੱਖ ਦੀ ਜੇ ਗੱਲ ਕਦੇ ਨਾ ਵਿਸਾਰਨੀ। ਇੱਥੇ ਪਹਿਲਾਂ 6 ਤੇ ਵਿਸ਼ਰਾਮ ਹੋਣਾ ਚਾਹੀਦਾ, ਫਿਰ 7 ਤੇ। 2 3 4 2 6, 6 ਤੋਂ ਬਾਅਦ ਵਿਸ਼ਰਾਮ, 2 2 4 2 6, 7 ਤੋਂ ਬਾਅਦ ਵਿਸ਼ਰਾਮ, ਫਿਰ 2 4 6 ਤੋਂ ਬਾਅਦ, ਫਿਰ 2 3 3 6 ਤੇ 7 ਤੋਂ ਬਾਅਦ। ਇਸ ਤਰ੍ਹਾਂ ਚਾਰਾਂ ਤੁਕਾਂ ਵਿੱਚ 6 ਜਮਾ 7 ਤੇ ਵਿਸ਼ਰਾਮ ਹੈ। 13 ਅੱਖਰ ਜੋੜੇ ਗਏ ਹਨ। ਅਗਲਾ ਛੰਦ ਦੀ ਉਦਾਹਰਨ ਹੈ ਕੋਰੜਾ ਛੰਦ ਦੀ ਦੂਸਰੀ ਉਦਾਹਰਨ। 4 ਤੁਕਾਂ 7 ਜਮਾ 7 ਤੇ ਵਿਸ਼ਰਾਮ 14 ਅੱਖਰ। ਭੁੱਲ ਕੇ ਵੀ ਤੁਰੋ ਨਾ ਬੰਦੇ ਖੋਟੇ ਨਾਲ ਜੀ, ਫੜੋ ਨਹੀਂ ਬੁਰਾਈ ਵਾਲੀ ਕੋਈ ਚਾਲ ਜੀ, ਬੁਰਾ ਕਦੇ ਕਿਸੇ ਦਾ ਨਹੀਂ ਤੁਸਾਂ ਕਰਨਾ, ਨੇਕੀ ਵਾਲੀ ਕਾਰ ਤੋਂ ਨਹੀਂ ਕਦੇ ਡਰਨਾ। ਇੱਥੇ ਫਿਰ ਗਿਣਤੀ ਕਰਾਂਗੇ। 2 3 4 2 6 7 ਵਿਸ਼ਰਾਮ, 2 4 6 8 7 7 ਤੋਂ ਬਾਅਦ ਫਿਰ ਵਿਸ਼ਰਾਮ, 2 4 3 7 ਤੋਂ ਬਾਅਦ ਵਿਸ਼ਰਾਮ, 2 4 6 7 ਤੋਂ ਬਾਅਦ ਵਿਸ਼ਰਾਮ। ਇਸ ਤਰ੍ਹਾਂ ਹੀ 2 4 6 7 ਤੋਂ ਬਾਅਦ ਵਿਸ਼ਰਾਮ, ਫਿਰ 2 4 3 7 ਤੋਂ ਬਾਅਦ, ਫਿਰ 2 2 4 2 6 7, ਫਿਰ 2 2 4 3 7 ਤੋਂ ਬਾਅਦ ਵਿਸ਼ਰਾਮ। ਇਸ ਤਰ੍ਹਾਂ 7 ਜਮਾ 7 ਤੇ ਵਿਸ਼ਰਾਮ 14 ਅੱਖਰ। ਅਗਲਾ ਛੰਦ ਹੈ ਦੋਹਰਾ ਛੰਦ। ਇਹ ਇੱਕ ਮਾਤਰਿਕ ਛੰਦ ਹੈ। ਇਹਦੇ ਵਿੱਚ ਮਾਤਰਾ ਦੀ ਗਿਣਤੀ ਕਰਾਂਗੇ। ਜਿਵੇਂ ਪਿੱਛੇ ਵਰਣਿਕ ਛੰਦਾਂ ਵਿੱਚ ਅੱਖਰਾਂ ਦੀ ਗਿਣਤੀ ਕੀਤੀ ਹੈ, ਵਰਨਾਂ ਦੀ ਗਿਣਤੀ ਕੀਤੀ ਹੈ, ਉਵੇਂ ਮਾਤਰਿਕ ਛੰਦ ਦੇ ਵਿੱਚ ਮਾਤਰਾਵਾਂ ਦੀ ਗਿਣਤੀ ਕਰਾਂਗੇ। ਦੋਹਰਾ ਮਾਤਰਿਕ ਛੰਦ ਹੈ। ਇਸ ਦੀਆਂ 2 ਤੁਕਾਂ ਹੁੰਦੀਆਂ ਨੇ। ਹਰ ਤੁਕ ਵਿੱਚ 24 ਮਾਤਰਾਵਾਂ ਇਸ ਤਰ੍ਹਾਂ ਜੋੜੀਆਂ ਹੁੰਦੀਆਂ ਨੇ ਕਿ ਪਹਿਲਾ ਵਿਸ਼ਰਾਮ 13 ਮਾਤਰਾ 'ਤੇ ਆਉਂਦਾ ਅਤੇ ਅਗਲਾ ਵਿਸ਼ਰਾਮ 11 ਮਾਤਰਾ 'ਤੇ ਆਉਂਦਾ, ਤੁਕ ਦੇ ਅਖੀਰ ਵਿੱਚ ਆਉਂਦਾ ਹੈ। ਇਹਦੀ ਉਦਾਹਰਨ ਲਿਖਾਂਗੇ ਬਿਲਕੁਲ ਉਵੇਂ ਹੀ। ਉੱਪਰ 2 ਤੁਕਾਂ 13 ਜਮਾ 11 ਤੇ ਵਿਸ਼ਰਾਮ 24 ਮਾਤਰਾਵਾਂ। ਪਹਿਲਾਂ ਉਦਾਹਰਨ ਲਿਖਾਂਗੇ, ਫਿਰ ਮਾਤਰਾ ਗਿਣਦੇ ਜਾਵਾਂਗੇ, ਇਹ ਨਿਸ਼ਾਨ ਲਾਉਂਦੇ ਜਾਵਾਂਗੇ। ਇਹ ਐਸ ਵਰਗਾ ਨਿਸ਼ਾਨ, ਇਹ 2 ਮਾਤਰਾ ਦਾ ਨਿਸ਼ਾਨ ਹੈ ਅਤੇ ਇਹ 1 ਮਾਤਰਾ ਦਾ ਨਿਸ਼ਾਨ ਹੈ। ਇਸ ਤਰ੍ਹਾਂ ਉਦਾਹਰਨ ਲਿਖਾਂਗੇ, ਮਾਤਰਾ ਗਿਣਦੇ ਹੋਏ ਇਹ ਨਿਸ਼ਾਨ ਲਾਵਾਂਗੇ। ਜਿੰਨੀਆਂ ਮਾਤਰਾ ਦੇ ਉੱਤੇ ਵਿਸ਼ਰਾਮ ਲਿਖਿਆ ਹੈ ਉਨੀਆਂ ਮਾਤਰਾ ਤੋਂ ਬਾਅਦ ਇੱਥੇ ਕੌਮਾ ਹੋਣਾ ਚਾਹੀਦਾ ਅਤੇ ਅੱਗੇ ਉਨੀਆਂ ਮਾਤਰਾ ਹੋਣੀਆਂ ਚਾਹੀਦੀਆਂ ਨੇ ਜਿਵੇਂ ਅੱਗੇ ਜਿੰਨੀਆਂ 'ਤੇ ਆਪਾਂ ਅੱਗੇ ਵਿਸ਼ਰਾਮ ਲਿਖਿਆ। ਭਾਵ ਇੱਥੇ ਹੁਣ 13 ਮਾਤਰਾ 'ਤੇ ਵਿਸ਼ਰਾਮ ਹੋਣਾ ਚਾਹੀਦਾ, ਫਿਰ ਅੱਗੇ 11 ਮਾਤਰਾ ਹੋਣੀਆਂ ਚਾਹੀਦੀਆਂ ਹਨ। ਇਹ ਆਪਾਂ ਮਾਤਰਾ ਗਿਣਾਂਗੇ। ਜਿਵੇਂ ਤੁਹਾਨੂੰ ਦੱਸਿਆ ਸੀ, ਕੰਨਾ, ਸਿਹਾਰੀ ਅਤੇ ਔਂਕੜ, ਇਹਨਾਂ ਦੀ 1-1 ਮਾਤਰਾ ਗਿਣਾਂਗੇ। ਇਸ ਤੋਂ ਇਲਾਵਾ ਜਿੰਨੀਆਂ ਮਾਤਰਾ ਨੇ ਉਹਦੀਆਂ 2-2 ਮਾਤਰਾ ਗਿਣਾਂਗੇ। ਸਿਹਾਰੀ ਦੇ ਨਾਲ ਜੇ ਟਿੱਪੀ ਜਾਂ ਅੱਧਕ ਆ ਗਿਆ ਤੇ ਸਿਹਾਰੀ ਦੀ 1 ਨਹੀਂ ਗਿਣਾਂਗੇ, ਟਿੱਪੀ ਅੱਧਕ ਆ ਗਿਆ ਤੇ 2 ਗਿਣੀਆਂ ਜਾਣਗੀਆਂ। ਤੇ ਜੇ ਕਿਸੇ ਅੱਖਰ ਦੇ ਥੱਲੇ ਦੁਲੈਂਕੜ ਹੈ, ਭਾਵ ਉੱਤੇ ਟਿੱਪੀ ਹੈ, ਤੇ 2 ਟਿੱਪੀ ਦੀਆਂ 2 ਦੁਲੈਂਕੜ ਦੀਆਂ 4 ਮਾਤਰਾ ਨਹੀਂ ਗਿਣਾਂਗੇ, 2 ਹੀ ਗਿਣਾਂਗੇ। 2 ਤੋਂ ਵੱਧ ਮਾਤਰਾ ਛੰਦਾਂ ਦੇ ਵਿੱਚ ਨਹੀਂ ਗਿਣਨੀਆਂ। ਇੱਥੇ ਆਪਾਂ ਮਾਤਰਾ ਗਿਣਾਂਗੇ। ਇਹ ਕੰਨਾ ਇਹਦੀਆਂ 2, ਇਹ ਮੁਕਤਾ ਇਹਦੀ 1, ਇਹ ਔਂਕੜ ਹੈ ਇਹਦੀ 1, ਇਹ ਕੰਨਾ ਇਹਦੀਆਂ 2, ਇਹ ਬਿਹਾਰੀ ਹੈ ਇਹਦੀਆਂ 2, ਇਹ ਕੰਨਾ ਇਹਦੀਆਂ 2, ਇਹ ਮੁਕਤਾ ਇਹਦੀ 1, ਇਹ ਲਾਂ ਇਹਦੀਆਂ 2। ਇੱਥੇ ਆ ਗਿਆ ਵਿਸ਼ਰਾਮ। ਇੱਥੋਂ ਤੱਕ 13 ਹੋਣੀਆਂ ਚਾਹੀਦੀਆਂ ਨੇ। 2 3 2 5 2 7 2 9 10 11 ਤੇ 2 13। ਇਸ ਤੋਂ ਬਾਅਦ ਅੱਗੇ 11 ਹੋਣੀਆਂ ਚਾਹੀਦੀਆਂ ਨੇ। ਇਹ ਦੋਨੋਂ ਮੁਕਤੇ ਨੇ, 2 ਮਾਤਰਾ, ਇਹ ਕੰਨੇ ਦੀ 2, ਔਂਕੜ ਦੀ 1, ਮੁਕਤੇ ਦੀ 1, ਸਿਹਾਰੀ ਦੀ 1, ਮੁਕਤੇ ਦੀ 1, ਕੰਨੇ ਦੀਆਂ 2 ਤੇ ਫਿਰ ਮੁਕਤੇ ਦੀ 1। ਇਹ 11 ਹੋਣੀਆਂ ਚਾਹੀਦੀਆਂ ਨੇ। 1 2 3 4 5 6 7 2 9 ਤੇ 2 11। ਇਹ 13 ਜਮਾ 11। ਇਹ 13 ਮਾਤਰਾ ਹੋ ਗਈਆਂ ਵਿਸ਼ਰਾਮ ਹੈ, ਫਿਰ 11 ਮਾਤਰਾ। ਅਗਲੀ ਲਾਈਨ ਵਿੱਚ ਵੀ ਉਵੇਂ, ਸਿਹਾਰੀ ਦੀ 1, ਮੁਕਤੇ ਦੀ 1, ਇਹਦੀਆਂ 2, 1 2 2 4। ਇੱਥੇ ਹੁਣ ਸਿਹਾਰੀ ਨਾਲ ਅੱਧਕ ਆ ਗਿਆ। ਇੱਥੇ ਸਿਹਾਰੀ ਦੀ 1 ਨਹੀਂ ਗਿਣਾਂਗੇ, ਇੱਥੇ ਅੱਧਕ ਆ ਗਿਆ, ਇਸ ਕਰਕੇ ਇੱਥੇ 2 ਗਿਣਾਂਗੇ ਅਤੇ ਇਹਦੀ ਮੁਕਤੇ ਦੀ 1 ਗਿਣਾਂਗੇ। ਇੱਥੇ ਫਿਰ ਸਿਹਾਰੀ ਦੀ 1 ਗਿਣਾਂਗੇ, ਕੰਨੇ ਦੀਆਂ 2 ਅਤੇ ਮੁਕਤੇ ਦੀ 1,
ਇੱਥੇ ਹੁਣ ਆ ਗਿਆ 9 ਦੇ ਥੱਲੇ ਨੀਚੇ ਦੁਲੈਂਕੜ ਹੈ, ਉੱਤੇ ਟਿੱਕੀ ਹੈ। ਦੋ ਇਹਦੀਆਂ ਚਾਰ ਮਾਤਰਾ ਨਹੀਂ ਗਿਣਾਂਗੇ, ਦੋ ਹੀ ਗਿਣਾਂਗੇ, ਦੋ ਤੋਂ ਵੱਧ ਮਾਤਰਾ ਨਹੀਂ ਗਿਣਨੀਆਂ। ਤੇ ਇਸ ਕਰਕੇ ਇਹ ਹੋ ਗਈਆਂ 1 2 4 2 6 7 8 2 10 11 ਤੇ 2 13 ਕੋਮਾ ਆ ਗਿਆ। ਅੱਗੇ ਆ ਗਈਆਂ 2 2 4 5 6 7 8 2 10 ਤੇ 1 11। ਇਸ ਤਰ੍ਹਾਂ 13 ਜਮਾ 11 24 ਮਾਤਰਾ ਇੱਥੇ ਜੋੜੀਆਂ ਗਈਆਂ ਹਨ। ਤੇ ਬਿਲਕੁਲ ਜਦੋਂ ਉਦਾਹਰਨ ਲਿਖਣੀ ਹੈ ਤੁਹਾਡੀਆਂ ਮਾਤਰਾ ਦੀ ਗਿਣਤੀ ਪੂਰੀ ਹੋਣੀ ਚਾਹੀਦੀ ਹੈ। ਉਦਾਹਰਨ ਲਿਖਣ ਤੋਂ ਬਾਅਦ ਮਾਤਰਾ ਗਿਣੋ, ਉੱਤੇ ਨਿਸ਼ਾਨੀਆਂ ਲਾਓ। ਤੇ ਜੇ ਤੁਹਾਨੂੰ ਲੱਗਦਾ ਹੈ ਕਿ ਮੇਰੀਆਂ ਮਾਤਰਾ 13 ਦੀ ਬਜਾਏ 14 ਹੋ ਗਈਆਂ ਨੇ ਜਾਂ 11 ਦੀ ਬਜਾਏ 11 ਦੀ ਬਜਾਏ 12 ਹੋ ਗਈਆਂ ਨੇ, ਤੇ ਫਿਰ ਜ਼ਰੂਰ ਕਿਤੇ ਨਾ ਕਿਤੇ ਲਿਖਣ ਵਿੱਚ ਗਲਤੀ ਹੈ। ਉਸ ਨੂੰ ਸਹੀ ਕਰਕੇ ਸਹੀ ਮਾਤਰਾ ਗਿਣ ਕੇ ਫਿਰ ਇਹ ਛੰਦ ਸਹੀ ਲਿਖਿਆ ਮੰਨਿਆ ਜਾਏਗਾ। ਅੱਗੇ ਹੈ ਸੋਰਠਾ ਛੰਦ। ਇਹ ਵੀ ਮਾਤਰਿਕ ਛੰਦ ਹੈ। ਇਹਦੀਆਂ ਵੀ 4 ਤੁਕਾਂ ਹੁੰਦੀਆਂ ਨੇ। ਹਰ ਤੁਕ ਵਿੱਚ 24 ਮਾਤਰਾ ਹੁੰਦੀਆਂ ਨੇ। ਪਹਿਲਾ ਵਿਸ਼ਰਾਮ 11 ਮਾਤਰਾਵਾਂ ਉੱਤੇ ਤੇ ਦੂਜਾ ਵਿਸ਼ਰਾਮ 13 ਮਾਤਰਾਵਾਂ ਉੱਤੇ ਹੁੰਦਾ ਹੈ। ਇਹ ਦੋਹਰਾ ਛੰਦ ਦੇ ਬਿਲਕੁਲ ਉਲਟ ਹੁੰਦਾ ਹੈ। ਉਦਾਹਰਨ ਫਿਰ ਉਵੇਂ ਲਿਖਾਂਗੇ। 2 ਤੁਕਾਂ 11 ਜਮਾ 13 ਤੇ ਵਿਸ਼ਰਾਮ 24 ਮਾਤਰਾ। ਬਣ ਜਾ ਉਹ ਇਨਸਾਨ ਰਾਸ ਗੁਣਾ ਦੀ ਸਾਂਭ ਕੇ, ਲੋਚੇ ਸਰਬ ਜਹਾਨ ਜਿਸ ਦੇ ਨਿੱਘ ਪਿਆਰ ਨੂੰ। ਇੱਥੇ ਮਾਤਰਾ ਗਿਣਾਂਗੇ। 2 ਮੁਕਤੇ ਨੇ, 2 ਹੋ ਗਈਆਂ। ਇਹ ਕੰਨੇ ਦੀਆਂ 2 ਹੋ ਗਈਆਂ। ਫਿਰ ਇਹ ਔਂਕੜ ਹੈ 1, ਮੁਕਤੇ ਦੀ 1। ਸਿਆਰੀ ਹੈ 1, ਮੁਕਤੇ ਦੀ 1, ਕੰਨੇ ਦੀਆਂ 2, ਮੁਕਤੇ ਦੀ 1। ਇਹ ਹੋ ਗਈਆਂ 11। 2 2 4 2 6 2 8 2 10 ਤੇ 11। ਇਸ ਤੋਂ ਬਾਅਦ ਵਿਸ਼ਰਾਮ। ਹੁਣ ਅੱਗੇ 13 ਹੋਣੀਆਂ ਚਾਹੀਦੀਆਂ ਨੇ। ਕੰਨੇ ਦੀਆਂ 2, ਫਿਰ ਮੁਕਤੇ ਦੀ 1, ਫਿਰ ਔਂਕੜ ਦੀ 1, ਕੰਨੇ ਦੀਆਂ 2, ਫਿਰ ਬਿਹਾਰੀ ਦੀਆਂ 2, ਫਿਰ ਕੰਨੇ ਦੀਆਂ 2, ਫਿਰ ਮੁਕਤੇ ਦੀ 1, ਫਿਰ ਲਾਂ ਦੀਆਂ 2। 2 3 2 5 2 7 2 9 10 11। ਇਹ 11 ਮਾਤਰਾ। 11 ਤੇ 2 13। ਇਹ 13 ਹੋ ਗਈਆਂ। 11 ਜਮਾ 13 24 ਮਾਤਰਾ ਇੱਥੇ ਜੋੜੀਆਂ ਗਈਆਂ ਹਨ। ਅਗਲਾ ਛੰਦ ਹੈ ਚੌਪਈ ਛੰਦ। ਇਹ ਵੀ ਇੱਕ ਮਾਤਰਿਕ ਛੰਦ ਹੈ। ਇਹਦੀਆਂ ਵੀ 4 ਤੁਕਾਂ ਹੁੰਦੀਆਂ ਨੇ। ਹਰ ਤੁਕ ਵਿੱਚ 15 ਜਾਂ 16 ਮਾਤਰਾ ਇਸ ਤਰ੍ਹਾਂ ਜੋੜੀਆਂ ਹੁੰਦੀਆਂ ਨੇ ਕਿ ਪਹਿਲਾ ਵਿਸ਼ਰਾਮ 8 ਮਾਤਰਾਵਾਂ ਉੱਤੇ ਤੇ ਦੂਜਾ ਵਿਸ਼ਰਾਮ 7 ਜਾਂ 8 ਮਾਤਰਾਵਾਂ ਉੱਤੇ ਤੁਕ ਦੇ ਅਖੀਰ ਵਿੱਚ ਹੁੰਦਾ ਹੈ। ਇਹਦੀ ਉਦਾਹਰਨ ਲਿਖਾਂਗੇ। 4 ਤੁਕਾਂ 8 ਜਮਾ 7 ਤੇ ਵਿਸ਼ਰਾਮ 15 ਮਾਤਰਾਵਾਂ। ਵੀਰਾ ਮੇਰਾ ਬੜਾ ਦਲੇਰ, ਮਾਰ ਭਲਾਕੀ ਚੜ੍ਹਦਾ ਸ਼ੇਰ, ਦਬਕਾ ਜੇਕਰ ਦੇਵੇ ਮਾਰ, ਨੱਸਣ ਵੈਰੀ ਸਾਗਰ ਪਾਰ। ਇੱਥੇ ਗਿਣਾਂਗੇ। ਬਿਹਾਰੀ ਦੀਆਂ 2, ਕੰਨੇ ਦੀਆਂ ਵੀ 2, ਲਾਂ ਦੀਆਂ 2 ਤੇ ਕੰਨੇ ਦੀਆਂ 2। ਇਹ ਹੋ ਗਈਆਂ 8 ਮਾਤਰਾ। 8 ਤੇ ਵਿਸ਼ਰਾਮ ਹੈ। 8 ਤੋਂ ਬਾਅਦ ਵਿਸ਼ਰਾਮ, ਫਿਰ ਮੁਕਤੇ ਦੀ 1, ਕੰਨੇ ਦੀਆਂ 2, ਫਿਰ ਮੁਕਤੇ ਦੀ 1, ਲਾਂ ਦੀਆਂ 2 ਤੇ ਫਿਰ ਮੁਕਤੇ ਦੀ 1। ਇਹ ਹੋ ਗਈਆਂ 1 2 3 4 2 6 ਤੇ 1 7। 8 ਜਮਾ 7 ਤੇ ਵਿਸ਼ਰਾਮ 15 ਮਾਤਰਾਵਾਂ। ਇਸ ਤਰ੍ਹਾਂ ਹਰ ਤੁਕ ਦੇ ਵਿੱਚ 8 ਜਮਾ 7 ਤੇ ਵਿਸ਼ਰਾਮ ਹੋਏਗਾ ਤੇ 15 ਮਾਤਰਾਵਾਂ ਹੋਣਗੀਆਂ। ਅਗਲਾ ਹੈ ਦਵਈਆ ਛੰਦ। ਇਹ ਵੀ ਇੱਕ ਮਾਤਰਿਕ ਛੰਦ ਹੈ। ਇਸ ਦੀਆਂ 4 ਤੁਕਾਂ ਹੁੰਦੀਆਂ ਨੇ। ਹਰ ਤੁਕ ਵਿੱਚ 28 ਮਾਤਰਾਵਾਂ ਇਸ ਤਰ੍ਹਾਂ ਜੋੜੀਆਂ ਹੁੰਦੀਆਂ ਹਨ ਕਿ ਪਹਿਲਾ ਵਿਸ਼ਰਾਮ 16 ਮਾਤਰਾਵਾਂ ਉੱਤੇ ਤੇ ਦੂਜਾ ਵਿਸ਼ਰਾਮ ਅਗਲੀਆਂ 12 ਮਾਤਰਾਵਾਂ ਉੱਤੇ ਹੁੰਦਾ ਹੈ ਤੁਕ ਦੇ ਅਖੀਰ ਵਿੱਚ। ਇਸ ਵਿੱਚ ਤੁਕਾਂਤ 2-2 ਤੁਕਾਂ ਦਾ ਮਿਲਦਾ ਹੈ। ਪਹਿਲੀ ਦਾ ਦੂਜੀ ਨਾਲ ਤੇ ਤੀਜੀ ਦਾ ਚੌਥੀ ਨਾਲ। ਉਦਾਹਰਨ ਲਿਖਾਂਗੇ। 4 ਤੁਕਾਂ 16 ਜਮਾ 12 ਤੇ ਵਿਸ਼ਰਾਮ 28 ਮਾਤਰਾਵਾਂ। ਜਿਹੜੇ ਵੇਖ ਬੇਹੋਸ਼ ਨਾ ਹੋਏ, ਹਾਜ਼ਰ ਰਹੇ ਖਲੋਤੇ, ਇੱਕ ਦੀਵਾਨੇ ਇੱਕ ਮਸਤਾਨੇ ਇੱਕ ਵਸਲ ਦਿਲ ਧੋਤੇ, ਸੂਰਜ ਨਾਲੋਂ ਹੁਸਨ ਜ਼ਿਆਦਾ ਯੂਸਫ ਦਾ ਚਮਕਾਰਾ, ਜੋ ਵੇਖੇ ਸੋ ਰਹੇ ਨਾ ਸਾਬਤ ਡਿੱਗਾ ਖਾਏ ਹੁਲਾਰਾ। ਇਹਦੀ ਗਿਣਤੀ ਕਰਾਂਗੇ। ਸਿਆਰੀ ਦੀ 1, ਮੁਕਤੇ ਦੀ 1, ਲਾਂ ਦੀਆਂ 2, ਫਿਰ ਲਾਂ ਦੀਆਂ 2, ਮੁਕਤੇ ਦੀ 1, ਫਿਰ ਮੁਕਤੇ ਦੀ 1, ਹੋੜੇ ਦੀਆਂ 2, ਮੁਕਤੇ ਦੀ 1, ਕੰਨੇ ਦੀਆਂ 2, ਹੋੜੇ ਦੀਆਂ 2, ਸਿਆਰੀ ਦੀ 1। ਇਹ ਹੋ ਗਈਆਂ 16। 2 2 4 2 6 7 8 2 10 11 2 13 2 15 ਤੇ 1 16। 16 ਤੋਂ ਬਾਅਦ ਵਿਸ਼ਰਾਮ। ਇਸ ਤੋਂ ਅੱਗੇ 12 ਹੋਣੀਆਂ ਚਾਹੀਦੀਆਂ ਨੇ। ਇਹ ਕੰਨੇ ਦੀਆਂ 2, ਮੁਕਤੇ ਨੇ ਦੋਨੋਂ, ਇਸ ਕਰਕੇ 1 1। ਇਹ ਮੁਕਤੇ ਦੀ ਫਿਰ 1, ਇਹ ਲਾਂ ਦੀਆਂ 2, ਫਿਰ ਮੁਕਤੇ ਦੀ 1, ਹੋੜੇ ਦੀਆਂ 2 ਤੇ ਲਾਂ ਦੀਆਂ 2।
ਇਹ ਹੋਣੀਆਂ ਚਾਹੀਦੀਆਂ ਨੇ 12, 2 4 5 2 7 8 9 10 ਤੇ 2 12। ਇਸ ਤਰ੍ਹਾਂ ਹਰ ਤੁਕ ਵਿੱਚ ਤੁਹਾਨੂੰ 16 ਜਮਾ 12 ਮਾਤਰਾ ਮਿਲਣਗੀਆਂ। ਆਪਾਂ ਆਖਰ ਵਾਲੀ ਗਿਣ ਲੈਂਦੇ ਹਾਂ। 2 2 4 2 6 7 8 2 10 2 12 2 14 15 ਤੇ 16। ਇਹ ਕੌਮਾ ਆ ਗਿਆ, ਇਹ ਟਿੱਪੀ ਆ ਗਈ ਸਿਹਾਰੀ ਨਾਲ, ਇਸ ਕਰਕੇ 2 2 2 4 2 6 7 8 2 10 ਤੇ 2 12, 16 ਜਮਾ 12। ਹਰ ਤੁਕ ਵਿੱਚ 16 ਤੇ 12 ਤੇ ਵਿਸ਼ਰਾਮ ਤੇ 28 ਮਾਤਰਾਵਾਂ ਇੱਥੇ ਜੋੜੀਆਂ ਗਈਆਂ ਹਨ। ਅਗਲਾ ਛੰਦ ਹੈ ਸਵਈਆ ਛੰਦ। ਇਹ ਛੰਦ ਦੋ ਤਰ੍ਹਾਂ ਦਾ ਹੁੰਦਾ ਹੈ, ਮਾਤ੍ਰਿਕ ਸਵਈਆ ਤੇ ਵਰਣਿਕ ਸਵਈਆ। ਮਾਤ੍ਰਿਕ ਸਵਈਆ ਵਿੱਚ ਮਾਤਰਾ ਦੀ ਗਿਣਤੀ ਤੇ ਵਰਣਿਕ ਸਵਈਆ ਵਿੱਚ ਵਰਨਾਂ ਦੀ ਗਿਣਤੀ, ਅੱਖਰਾਂ ਦੀ ਗਿਣਤੀ। ਪਹਿਲਾ ਹੈ ਮਾਤ੍ਰਿਕ ਸਵਈਆ। ਇਸ ਦੀਆਂ 4 ਤੁਕਾਂ ਹੁੰਦੀਆਂ ਨੇ। ਹਰ ਤੁਕ ਵਿੱਚ 31 ਜਾਂ 32 ਮਾਤਰਾਵਾਂ ਇਸ ਤਰ੍ਹਾਂ ਜੋੜੀਆਂ ਹੁੰਦੀਆਂ ਨੇ ਕਿ ਪਹਿਲਾ ਵਿਸ਼ਰਾਮ 16 ਮਾਤਰਾਵਾਂ ਉੱਤੇ ਤੇ ਦੂਜਾ ਵਿਸ਼ਰਾਮ ਅਗਲੀਆਂ 15 ਜਾਂ 16 ਮਾਤਰਾਵਾਂ ਉੱਤੇ ਹੁੰਦਾ ਹੈ। ਹਰ ਤੁਕ ਦੇ ਅੰਤ ਵਿੱਚ ਤੁਕਾਂਤ ਮਿਲਦਾ ਹੈ। ਉਦਾਹਰਨ ਲਿਖਾਂਗੇ। 4 ਤੁਕਾਂ 16 ਜਮਾ 15 ਤੇ ਵਿਸ਼ਰਾਮ 31 ਮਾਤਰਾਵਾਂ। ਤਾਰੇ ਗਿਣ ਔਂਸੀਆਂ ਪਾਉਂਦੇ ਅਸੀਂ ਰਹੇ ਅੱਜ ਸਾਰੀ ਰਾਤ, ਵਿੱਚ ਉਡੀਕਦੇ ਕੁਝ ਨਾ ਪੁੱਛੋ ਕੀਕਣ ਅਸਾਂ ਗੁਜ਼ਾਰੀ ਰਾਤ, ਕਰਨ ਇਬਾਦਤ ਮਾਰਨ ਸੰਨਾ ਵਿੱਚ ਲੱਗਣ ਦੇ ਕੱਢਣ ਰਾਤ, ਸਾਹਦ ਚੋਰ ਅਤੇ ਆਸ਼ਕ ਦੀ ਇੱਕੋ ਜਿਹੀ ਪਿਆਰੀ ਰਾਤ। ਇੱਥੇ ਗਿਣਾਂਗੇ। ਕੰਨੇ ਦੀਆਂ 2, ਲਾਂ ਦੀਆਂ 2, ਸਿਆਰੀ ਦੀ 1, ਮੁਕਤੇ ਦੀ 1, ਕਨੌੜੇ ਦੀਆਂ 2, ਬਿਆਰੀ ਦੀਆਂ 2, ਕੰਨੇ ਦੀਆਂ 2, ਫਿਰ ਕੰਨੇ ਦੀਆਂ 2, ਲਾਂ ਦੀਆਂ 2। ਇਹ ਹੋਣੀਆਂ ਚਾਹੀਦੀਆਂ ਨੇ 16। 2 4 6 8 10 2 12 2 14 2 16। ਇਹ ਅੱਗੇ ਹੋਣੀਆਂ ਚਾਹੀਦੀਆਂ ਨੇ 15। ਇਹ ਮੁਕਤੇ ਦੀ 1, ਬਿਆਰੀ ਦੀਆਂ 2, ਇਹ ਮੁਕਤੇ ਦੀ ਫਿਰ 1, ਇਹ ਲਾਂ ਦੀਆਂ 2, ਇਹ ਮੁਕਤੇ ਦੀ 1, ਇਹ ਮੁਕਤੇ ਦੀ 1, ਕੰਨੇ ਦੀਆਂ 2, ਬਿਆਰੀ ਦੀਆਂ 2, ਕੰਨੇ ਦੀਆਂ 2 ਤੇ ਮੁਕਤੇ ਦੀ 1। ਇਹ ਹੋਣੀਆਂ ਚਾਹੀਦੀਆਂ ਨੇ 15। 1 2 ਤੇ 3 2 5 2 7 2 9 2 11 1 12 2 14 ਤੇ 1 15। 16 ਜਮਾ 15 ਤੇ ਵਿਸ਼ਰਾਮ 31 ਮਾਤਰਾਵਾਂ। ਹਰ ਤੁਕ ਦੇ ਵਿੱਚ ਇੰਨੀਆਂ ਹੀ ਮਿਲਣਗੀਆਂ, ਪਹਿਲਾਂ 16 ਤੇ ਫਿਰ 15। ਇੱਥੇ ਆਪਾਂ ਗਿਣ ਲੈਂਦੇ ਹਾਂ। 2 3 4 2 6 7 8 2 10 2 12 13 14 2 16। ਇੱਧਰ ਇਹ ਅੱਧਕ ਆ ਗਿਆ ਸਿਆਰੀ ਦੇ ਨਾਲ। 2 2 4 5 2 7 8 2 10 2 12 2 14 ਤੇ 1 15। ਹਰ ਤੁਕ ਦੇ ਵਿੱਚ 16 ਤੇ 15 ਦੇ ਵਿਸ਼ਰਾਮ ਤੇ 31 ਮਾਤਰਾਵਾਂ ਜੋੜੀਆਂ ਗਈਆਂ ਹਨ। ਅੱਗੇ ਹੈ ਵਰਣਿਕ ਸਵਈਆ। ਇਸ ਦੀਆਂ 4 ਤੁਕਾਂ ਹੁੰਦੀਆਂ ਨੇ। ਹਰ ਤੁਕ ਵਿੱਚ 23 ਜਾਂ 24 ਅੱਖਰ ਇਸ ਤਰ੍ਹਾਂ ਜੋੜੇ ਹੁੰਦੇ ਨੇ ਕਿ ਪਹਿਲਾ ਵਿਸ਼ਰਾਮ 12 ਅੱਖਰਾਂ ਉੱਤੇ ਤੇ ਦੂਜਾ ਵਿਸ਼ਰਾਮ 11 ਜਾਂ 12 ਅੱਖਰਾਂ ਉੱਤੇ ਤੁਕ ਦੇ ਅਖੀਰ ਵਿੱਚ ਹੁੰਦਾ ਹੈ। ਉਦਾਹਰਨ ਲਿਖਾਂਗੇ। 4 ਤੁਕਾਂ 12 ਜਮਾ 12 ਤੇ ਵਿਸ਼ਰਾਮ 24 ਅੱਖਰ। ਇੱਥੇ ਆਪਾਂ ਅੱਖਰ ਗਿਣਨੇ ਆ। ਬਹਿਣਾ ਉਸ ਕੋਲ ਲਖੇ ਗੁਣ ਨੂੰ ਨਾ ਲਖੇ ਤਦ ਕੀ ਬਹਿਣਾ, ਕਹਿਣਾ ਉਸ ਨੂੰ ਜੋ ਕਰੇ ਕਹਿਣਾ, ਕਹਿਣਾ ਨਾ ਕਰੇ ਤਦ ਕੀ ਕਹਿਣਾ, ਰਹਿਣਾ ਉਸ ਥਾਂ ਹਿੱਤ ਹੋਏ ਜਾਂ ਹਿੱਤ ਹੋਏ ਨਾਹੀਂ ਤਦ ਕੀ ਰਹਿਣਾ, ਲੈਣਾ ਲਿਖਿਆ ਮਿਲ ਜਾਏ ਸਦਾ ਜੇ ਨਹੀਂ ਲਿਖਿਆ ਤਦ ਕੀ ਲੈਣਾ। ਇੱਥੇ 12 ਤੇ 12 ਹੋਣੇ ਚਾਹੀਦੇ ਨੇ ਅੱਖਰ। 3 2 5 2 7 2 9 2 11 ਤੇ 12 ਤੋਂ ਬਾਅਦ ਵਿਸ਼ਰਾਮ। ਫਿਰ 2 3 4 5 6 7 8 9 10 11 12 ਤੋਂ ਬਾਅਦ ਵਿਸ਼ਰਾਮ। ਫਿਰ ਅੱਗੇ 12 ਤੋਂ ਬਾਅਦ ਹੈ, ਫਿਰ 12 ਤੋਂ ਬਾਅਦ ਹੈ। ਹਰ ਤੁਕ ਵਿੱਚ 12 ਜਮਾ 12 ਤੇ ਵਿਸ਼ਰਾਮ ਹੈ। 24 ਅੱਖਰ ਜੋੜੇ ਗਏ ਹਨ। ਅਗਲਾ ਛੰਦ ਹੈ ਸਿਰਖੰਡੀ ਛੰਦ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀਆਂ ਤੁਕਾਂ ਦੇ ਵਿਚਾਲੇ ਤੁਕਾਂਤ ਮਿਲਦਾ ਹੈ। ਇਸ ਦੀ ਹਰ ਤੁਕ ਦੇ ਅੰਤ ਵਿੱਚ ਗੁਰੂ ਹੋਣਾ ਜ਼ਰੂਰੀ ਹੈ। ਇਹ ਆਮ ਤੌਰ ਤੇ ਵਾਰ ਸਾਹਿਤ ਵਿੱਚ ਵਰਤਿਆ ਜਾਂਦਾ ਹੈ। ਇਸ ਦੇ ਕਈ ਰੂਪ ਹਨ। 4 ਰੂਪ ਵਿਸ਼ੇਸ਼ ਕਰਕੇ ਪ੍ਰਸਿੱਧ ਹਨ। ਪਹਿਲਾ ਰੂਪ ਹੈ। ਪਹਿਲੇ ਰੂਪ ਦੀਆਂ ਵੀ 4 ਜਾਂ ਵੱਧ ਤੁਕਾਂ ਹੁੰਦੀਆਂ ਹਨ। ਹਰ ਤੁਕ ਵਿੱਚ 21 ਮਾਤਰਾਵਾਂ ਇਸ ਤਰ੍ਹਾਂ ਜੋੜੀਆਂ ਹੁੰਦੀਆਂ ਹਨ ਕਿ ਪਹਿਲਾ ਵਿਸ਼ਰਾਮ 12 ਮਾਤਰਾਵਾਂ ਉੱਤੇ ਅਤੇ ਦੂਜਾ ਵਿਸ਼ਰਾਮ ਅਗਲੀਆਂ 9 ਮਾਤਰਾਵਾਂ ਉੱਤੇ ਹੁੰਦਾ ਹੈ। ਉਦਾਹਰਨ ਵਜੋਂ 4 ਤੁਕਾਂ 12 ਜਮਾ 9 ਤੇ ਵਿਸ਼ਰਾਮ 21 ਮਾਤਰਾਵਾਂ। ਚੋਟ ਪਈ ਖਰਚਾਮੀ ਦਲਾਂ ਮੁਕਾਬਲਾ, ਘੇਰ ਲਈ ਵਰਿਆਮੀ ਦੁਰਗਾ ਆਏ ਕੈ, ਰਾਖਸ਼ ਵੱਡੇ ਅਲਾਮੀ ਭੱਜ ਨਾ ਜਾਣਦੇ, ਅੰਤ ਹੋਏ ਸੁਰਗਾਮੀ ਸਾਰੇ ਦੇਵਤਾ।
ਜਿਵੇਂ ਆਪਾਂ ਲਿਖਿਆ ਕਿ ਇਹ ਜਿਹੜਾ ਛੰਦ ਹੈ ਇਹ ਵਾਰ ਸਾਹਿਤ ਵਿੱਚ ਜ਼ਿਆਦਾ ਵਰਤਿਆ ਜਾਂਦਾ ਹੈ ਤੇ ਉਦਾਹਰਣ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀ ਵਾਰ ਵਿੱਚੋਂ ਹੈ। ਇੱਥੇ ਆਪਾਂ ਮਾਤਰਾ ਗਿਣਾਂਗੇ। ਹੋੜੇ ਦੀਆਂ 2, ਮੁਕਤੇ ਦੀ 1, ਮੁਕਤੇ ਦੀ 1, ਬਿਹਾਰੀ ਦੀਆਂ 2, ਫਿਰ 2 ਮੁਕਤੇ ਆ ਗਏ 2 ਮਾਤਰਾ, ਕੰਨੇ ਦੀਆਂ 2, ਫਿਰ ਬਿਹਾਰੀ ਦੀਆਂ 2, ਇੱਥੇ ਤੱਕ ਹੋ ਗਈਆਂ 12। 2 4 6 2 8 9 10 2 12। ਫਿਰ ਅੱਗੇ ਹੋਣੀਆਂ ਚਾਹੀਦੀਆਂ 9। ਇਹ ਮੁਕਤੇ ਦੀ 1, ਲਾਂ ਦੀਆਂ 2, ਫਿਰ ਔਂਕੜ ਦੀ 1, ਫਿਰ ਕੰਨੇ ਦੀਆਂ 2, ਫਿਰ ਮੁਕਤੇ ਦੀ 1, ਫਿਰ ਕੰਨੇ ਦੀਆਂ 2। ਇਹ ਹੋਣੀਆਂ ਚਾਹੀਦੀਆਂ 9। 2 3 2 5 6 2 8 ਤੇ 1 9, 12 ਜਮਾ 9। ਹਰ ਤੁਕ ਵਿੱਚ ਇੰਨੀਆਂ ਹੀ ਮਿਲਣਗੀਆਂ। ਅਗਲੀ 'ਚ ਗਿਣ ਲਓ। 2 3 4 2 6 7 7 8 2 10 2 12। ਫਿਰ ਅੱਗੇ ਇਹ ਔਂਕੜ ਹੈ 1, ਮੁਕਤਾ 1, 2 2 4 2 6 7 ਤੇ 2 9। ਹਰ ਤੁਕ ਦੇ ਵਿੱਚ 12 ਜਮਾ 9 21 ਮਾਤਰਾਵਾਂ ਜੋੜੀਆਂ ਗਈਆਂ ਹਨ। ਸਰਕੰਡੀ ਛੰਦ ਦਾ ਦੂਜਾ ਰੂਪ। ਇਸ ਦੀਆਂ ਵੀ 4 ਤੁਕਾਂ ਹੁੰਦੀਆਂ ਹਨ। ਹਰ ਤੁਕ ਵਿੱਚ 23 ਮਾਤਰਾਵਾਂ ਇਸ ਤਰ੍ਹਾਂ ਜੋੜੀਆਂ ਹੁੰਦੀਆਂ ਹਨ ਕਿ ਪਹਿਲਾ ਵਿਸ਼ਰਾਮ 14 ਮਾਤਰਾਵਾਂ ਉੱਤੇ ਅਤੇ ਦੂਜਾ ਵਿਸ਼ਰਾਮ ਅਗਲੀਆਂ 9 ਮਾਤਰਾਵਾਂ ਉੱਤੇ ਹੁੰਦਾ ਹੈ। ਤੁਕ ਦੇ ਵਿਚਕਾਰ 2 ਗੁਰੂ ਹੁੰਦੇ ਹਨ ਅਤੇ ਵਿਚਾਲੇ ਹੀ ਤੁਕਾਂਤ ਮਿਲਦਾ ਹੈ। ਉਦਾਹਰਣ ਵਜੋਂ 4 ਤੁਕਾਂ 14 ਜਮਾ 9 ਤੇ ਵਿਸ਼ਰਾਮ 23 ਮਾਤਰਾਵਾਂ। ਉਦਾਹਰਣ ਲਿਖਾਂਗੇ। ਜਿਉਂ ਖਾਧੀ ਭਾਂਜ ਕੁਫਾਰਾ ਅੱਗੇ ਅਲੀ ਦੇ, ਤਿਉਂ ਟੁੱਟੀ ਕਾਂਗ ਸੈਂਸਾਰਾ ਪਏ ਬਰੇਤਿਆਂ, ਕੱਲ ਅਤੇ ਨਾਰਦ ਗਾਰਾ ਛਪੈ ਮੌਤ ਥੀ, ਪਰ ਇਜ਼ਰਾਈਲ ਨਾ ਸਾਰਾ ਮੂਲੇ ਲੱਧੀਆਂ। ਮਾਤਰਾ ਗਿਣਾਂਗੇ। ਸਿਆਰੀ ਦੀ 1, ਔਂਕੜ ਦੀ 1, ਕੰਨੇ ਦੀਆਂ 2, ਬਿਹਾਰੀ ਦੀਆਂ 2, ਕੰਨੇ ਦੀਆਂ 2, ਫਿਰ ਮੁਕਤੇ ਦੀ 1, ਫਿਰ ਔਂਕੜ ਦੀ 1, ਫਿਰ ਦੋਵੇਂ ਕੰਨੇ ਆ ਤੇ 2 2। ਇੱਥੇ ਤੱਕ ਹੋ ਗਈਆਂ 14। 2 4 5 6 2 8 2 10 2 12 2 14। ਅੱਗੇ 9 ਹੋਣੀਆਂ ਚਾਹੀਦੀਆਂ ਨੇ। 2 ਅੱਧਕ ਦੀਆਂ, ਲਾਂ ਦੀਆਂ 2, 4 ਇਹ ਹੋ ਗਈਆਂ। ਫਿਰ ਆ ਮੁਕਤੇ ਦੀ 1 5, 2 ਬਿਹਾਰੀ ਦੀਆਂ 7, 2 ਲਾਂ ਦੀਆਂ 9, 14 ਜਮਾ 9। ਇਸ ਤਰ੍ਹਾਂ 14 ਜਮਾ 9 ਹਰ ਤੁਕ ਵਿੱਚ ਮਾਤਰਾ ਹੋਣਗੀਆਂ ਤੇ 23 ਮਾਤਰਾਵਾਂ ਇੱਥੇ ਜੋੜੀਆਂ ਗਈਆਂ ਹਨ। ਜ਼ਰੂਰ ਜਦੋਂ ਵੀ ਤੁਸੀਂ ਉਦਾਹਰਣ ਲਿਖੋਗੇ, ਮੈਂ ਵਾਰ-ਵਾਰ ਤੁਹਾਨੂੰ ਕਹਿ ਰਹੀ ਹਾਂ, ਤੇ ਇਹ ਨਿਸ਼ਾਨ ਲਾਓਗੇ, ਮਾਤਰਾ ਗਿਣੋਗੇ, ਜਿੰਨੀਆਂ ਤੇ ਵਿਸ਼ਰਾਮ ਲਿਖਿਆ ਹੈ ਉਦਾਹਰਣ ਦੇ ਵਿੱਚ ਉਨੀਆਂ ਮਾਤਰਾ ਪੂਰੀਆਂ ਹੋਣੀਆਂ ਚਾਹੀਦੀਆਂ ਹਨ, ਤਾਂ ਹੀ ਛੰਦ ਸਹੀ ਲਿਖਿਆ ਮੰਨਿਆ ਜਾਏਗਾ ਤੇ ਪੂਰੇ ਨੰਬਰ ਇਸ ਪ੍ਰਸ਼ਨ ਦੇ ਵਿੱਚ ਤੁਹਾਨੂੰ ਮਿਲਣਗੇ। ਸਿਰਖੰਡੀ ਛੰਦ ਤੀਜਾ ਰੂਪ। ਇਸ ਵਿੱਚ 4 ਜਾਂ ਵੱਧ ਤੁਕਾਂ ਹੁੰਦੀਆਂ ਹਨ। ਹਰ ਤੁਕ ਵਿੱਚ 21 ਮਾਤਰਾਵਾਂ ਇਸ ਤਰ੍ਹਾਂ ਜੋੜੀਆਂ ਹੁੰਦੀਆਂ ਹਨ ਕਿ ਪਹਿਲਾ ਵਿਸ਼ਰਾਮ 11 ਮਾਤਰਾਵਾਂ ਉੱਤੇ ਅਤੇ ਦੂਜਾ ਵਿਸ਼ਰਾਮ ਅਗਲੀਆਂ 10 ਮਾਤਰਾਵਾਂ ਉੱਤੇ ਹੁੰਦਾ ਹੈ। ਪਹਿਲੇ ਤੁਕਾਂਤ ਦੇ ਅੰਤ ਵਿੱਚ ਲਘੂ ਅਤੇ ਦੂਜੇ ਵਿੱਚ ਗੁਰੂ ਹੁੰਦਾ ਹੈ। ਇਹਦੀ ਉਦਾਹਰਣ ਲਿਖਾਂਗੇ। 4 ਤੁਕਾਂ 11 ਜਮਾ 10 ਤੇ ਵਿਸ਼ਰਾਮ 21 ਮਾਤਰਾਵਾਂ। ਗਿਣਾਂਗੇ। ਮੁਕਤੇ 2 2 ਮਾਤਰਾ ਆ ਗਈਆਂ, ਬਿਹਾਰੀ ਦੀਆਂ 2, ਇਹ 2 2 4, ਹੋੜੇ ਦੀਆਂ 2 6, ਮੁਕਤੇ ਦੀ 1 7, ਫਿਰ ਮੁਕਤੇ ਦੀ 1 8, ਫਿਰ ਕੰਨੇ ਦੀਆਂ 2 10, ਫਿਰ ਸਿਆਰੀ ਦੀ 1 11, 11 ਤੋਂ ਬਾਅਦ ਵਿਸ਼ਰਾਮ। ਉਸ ਤੋਂ ਬਾਅਦ ਫਿਰ ਦੁਲਾਂ ਦੀਆਂ 2, ਸਿਆਰੀ ਦੀ 1 3, ਫਿਰ ਕੰਨੇ ਦੀਆਂ 2 5, ਫਿਰ ਮੁਕਤੇ ਦੀ 1 6, ਫਿਰ ਲਾਂ ਦੀਆਂ 2 8, ਫਿਰ ਸਿਆਰੀ ਦੀ 1 9 ਤੇ ਫਿਰ ਕੰਨੇ ਦੀਆਂ 2 10। ਇਹ ਹੋ ਗਈਆਂ 2 3 4 5 2 7 8 ਤੇ 2 10। ਇਹ 11 ਤੇ ਵਿਸ਼ਰਾਮ, ਅੱਗੇ 10 ਤੇ ਵਿਸ਼ਰਾਮ। ਹਰ ਤੁਕ ਵਿੱਚ 11 ਜਮਾ 10 ਤੇ ਵਿਸ਼ਰਾਮ 21 ਮਾਤਰਾਵਾਂ ਜੋੜੀਆਂ ਗਈਆਂ ਹਨ ਇਸ ਛੰਦ ਵਿੱਚ। ਅੱਗੇ ਹੈ ਸਿਰਖੰਡੀ ਛੰਦ ਦਾ ਚੌਥਾ ਰੂਪ। ਇਸ ਵਿੱਚ ਵੀ 4 ਜਾਂ ਵੱਧ ਤੁਕਾਂ ਵੀ ਹੋ ਸਕਦੀਆਂ ਹਨ। ਹਰ ਤੁਕ ਵਿੱਚ 20 ਮਾਤਰਾ ਇਸ ਤਰ੍ਹਾਂ ਜੋੜੀਆਂ ਹੁੰਦੀਆਂ ਹਨ ਕਿ ਪਹਿਲਾ ਵਿਸ਼ਰਾਮ 11 ਮਾਤਰਾਵਾਂ ਉੱਤੇ ਅਤੇ ਦੂਜਾ ਵਿਸ਼ਰਾਮ ਅਗਲੀਆਂ 9 ਮਾਤਰਾਵਾਂ ਉੱਤੇ ਆਉਂਦਾ ਹੈ। ਹਰ ਤੁਕ ਦੇ ਅੰਤ ਵਿੱਚ ਗੁਰੂ ਹੁੰਦਾ ਹੈ। ਤੁਕਾਂਤ ਮੇਲ ਕਦੇ ਨਹੀਂ ਮਿਲਦਾ। ਉਦਾਹਰਣ ਲਿਖਾਂਗੇ। 4 ਤੁਕਾਂ 11 ਜਮਾ 9 ਤੇ ਵਿਸ਼ਰਾਮ 20 ਮਾਤਰਾਵਾਂ।
ਦਾੜੀ ਚਿੱਟੀ ਦੁੱਧ ਚਿਹਰਾ ਚਮਕਦਾ, ਨੈਣ ਖੁਮਾਰੀ ਮਸਤ ਸੂਰਤ ਰੱਬ ਦੀ, ਸੀਨੇ ਪੈਂਦੀ ਠੰਡ ਉਸ ਦੇ ਦਰਸ ਤੋਂ, ਹਿਰਦੇ ਜਾਵੇ ਵਸ ਰੱਬੀ ਮੇਲ ਹੋ। ਇੱਥੇ ਗਿਣਾਂਗੇ 2 2 4 2 6 2 8 2 10 ਤੇ 1 11, ਫਿਰ ਵਿਸ਼ਰਾਮ, ਫਿਰ 1 1 2 ਹੋ ਗਈਆਂ, ਫਿਰ 2 4 5 6 7 7 2 9 11 ਜਮਾ 9। ਫਿਰ ਅਗਲੀ ਲਾਈਨ 'ਚ ਗਿਣ ਲਓ 2 ਦੁਲਾਂ ਦੀਆਂ ਤੇ ਮੁਕਤਾ 3, ਔਂਕੜ ਦੀ 1 4, ਕੰਨੇ ਦੀਆਂ 2 6, ਫਿਰ ਬਿਆਰੀ ਦੀਆਂ 2 8 ਤੇ ਇਹ 3 ਨੇ ਹੋ ਗਈਆਂ ਮੁਕਤਿਆਂ ਦੀਆਂ 8 ਤੇ 3 11। 11 ਤੋਂ ਬਾਅਦ ਵਿਸ਼ਰਾਮ, ਫਿਰ ਇਹ ਦੁਲੈਂਕੜ ਦੀਆਂ 2, ਫਿਰ 2 ਮੁਕਤੇ ਆ ਗਏ 2 ਤੇ 2 4, ਫਿਰ ਅੱਧਕ ਦੀਆਂ 2 6, ਇਹ 7 ਤੇ 2 ਇਹਦੀਆਂ 9 11 ਜਮਾ 9। ਭਾਵ ਹਰ ਤੁਕ ਵਿੱਚ 11 ਜਮਾ 9 ਤੇ ਵਿਸ਼ਰਾਮ ਤੇ 20 ਮਾਤਰਾਵਾਂ ਜੋੜੀਆਂ ਗਈਆਂ ਹਨ। ਅਗਲਾ ਛੰਦ ਹੈ ਪੈਂਤ ਛੰਦ। ਇਹ ਇੱਕ ਮਾਤਰਿਕ ਛੰਦ ਹੈ। ਇਸ ਦੀਆਂ ਤੁਕਾਂ ਨੂੰ ਕਲੀ ਵੀ ਕਹਿੰਦੇ ਹਨ ਅਤੇ ਇਸ ਦੇ ਕਈ ਰੂਪ ਪ੍ਰਚਲਿਤ ਹਨ। 4 ਕਲੀਆ ਬੈਂਤ, 6 ਕਲੀਆ ਬੈਂਤ ਅਤੇ ਅਨੇਕ ਤੁਕਾਂ ਵਾਲਾ ਬੈਂਤ। ਆਮ ਤੌਰ ਤੇ ਇਸ ਦੀ ਹਰ ਤੁਕ ਵਿੱਚ 40 ਮਾਤਰਾਵਾਂ ਹੁੰਦੀਆਂ ਹਨ ਅਤੇ 20 ਉੱਤੇ ਅਰਧ ਵਿਸ਼ਰਾਮ ਹੁੰਦਾ ਹੈ। ਇਸ ਦੀ ਹਰ ਤੁਕ ਦੇ ਅੰਤ ਵਿੱਚ ਗੁਰੂ ਹੁੰਦਾ ਹੈ, ਪਰ ਅਕਸਰ ਵੇਖਿਆ ਗਿਆ ਹੈ ਕਿ ਇਸ ਵਿੱਚ 19 20 20 21 19 20 21 20 ਕਰਕੇ ਇਹ ਅੰਤਰ ਮਾਤਰਾਵਾਂ ਦੀ ਵਾਧ ਘਾਟ ਮਿਲਦੀ ਹੈ। ਕਿਤੇ 19 20 ਹੁੰਦੀਆਂ ਨੇ, ਕਿਤੇ 20 21 ਹੁੰਦੀਆਂ ਨੇ, ਕਿਤੇ 19 21 ਹੁੰਦੀਆਂ ਨੇ। ਇਸ ਤਰ੍ਹਾਂ ਇਹਦੇ ਵਿੱਚ ਮਾਤਰਾਵਾਂ ਦੀ ਵਾਧ ਘਾਟ ਮਿਲਦੀ ਹੈ, ਭਾਵ ਮਾਤਰਾਵਾਂ ਦੀ ਗਿਣਤੀ ਨਿਸ਼ਚਿਤ ਨਹੀਂ ਹੈ। ਲੈਅ ਤੇ ਸੰਗੀਤਬੱਧ ਹੋਣ ਕਰਕੇ ਇਹ ਮਾਤਰਾਵਾਂ ਦਾ ਅੰਤਰ ਜਿਹੜਾ ਇਹ ਮਹਿਸੂਸ ਨਹੀਂ ਹੁੰਦਾ। ਇਸ ਛੰਦ ਨੂੰ ਭਾਵੇਂ ਹਰ ਵਿਸ਼ੇ ਲਈ ਵਰਤਿਆ ਜਾਂਦਾ ਹੈ, ਪਰ ਰੋਮਾਂਟਿਕ ਵਿਸ਼ਿਆਂ ਦਾ ਇਹ ਖਾਸ ਛੰਦ ਮਿਥਿਆ ਗਿਆ ਹੈ। ਇਹੀ ਕਾਰਨ ਹੈ ਕਿ ਕਿੱਸਿਆਂ ਵਿੱਚ ਬਹੁਤੀ ਬੈਂਤ ਛੰਦ ਦੀ ਵਰਤੋਂ ਹੋਈ ਹੈ। ਇਹਦੇ ਵਿੱਚ ਅਸੀਂ ਮਾਤਰਾ ਦੀ ਗਿਣਤੀ ਨਹੀਂ ਕਰਾਂਗੇ ਕਿਉਂਕਿ ਮਾਤਰਾ ਦੀ ਗਿਣਤੀ ਨਿਸ਼ਚਿਤ ਨਹੀਂ ਹੈ। ਅਸੀਂ ਸਿਰਫ ਇਹਦੀ ਉਦਾਹਰਨ ਲਿਖਾਂਗੇ। ਇਹ ਉਦਾਹਰਨ ਵਾਰਸ ਸ਼ਾਹ ਦੀ ਹੀਰ ਵਿੱਚੋਂ ਹੈ। ਭਲਾ ਮੋਏ ਤੇ ਵਿਛੜੇ ਕੌਣ ਮੇਲੇ, ਐਵੇਂ ਜਿਉੜਾ ਲੋਕ ਵਿਲਾਮਦਾ ਈ। ਇੱਕ ਬਾਜ ਤੋਂ ਕਾਉ ਨੇ ਕੂੰਜ ਖੋਹੀ, ਵੇਖਾਂ ਚੁੱਪ ਹੈ ਕਿ ਕੁਰਲਾਮਦਾ ਈ। ਇੱਕ ਜੱਟ ਦੇ ਖੇਤ ਨੂੰ ਅੱਗ ਲੱਗੀ, ਵੇਖਾਂ ਆਏ ਕਿ ਕਦੋਂ ਬੁਝਾਉਂਦਾ ਈ। ਦਿਆਂ ਘਿਓ ਦੀਆਂ ਚੂਰੀਆਂ ਬਾਲਦੀ ਵੇ, ਵਾਰਸ ਸ਼ਾਹ ਜੇ ਸੁਣਾ ਮੈਂ ਆਮਦਾ ਈ। ਇਸ ਤਰ੍ਹਾਂ ਅਸੀਂ ਇਹਨਾਂ ਦੀ ਗਿਣਤੀ ਨਹੀਂ ਕਰਾਂਗੇ, ਨਾ ਹੀ ਉੱਪਰ ਕੁਛ ਲਿਖਾਂਗੇ ਕਿਉਂਕਿ ਗਿਣਤੀ ਨਿਸ਼ਚਿਤ ਨਹੀਂ ਹੈ। ਸਿਰਫ ਅਸੀਂ ਉਦਾਹਰਨ ਲਿਖਾਂਗੇ। ਅਗਲਾ ਛੰਦ ਹੈ, ਆਖਰੀ ਛੰਦ ਹੈ ਡਿਉੜ ਛੰਦ। ਇਹ ਇੱਕ ਮਾਤਰਿਕ ਛੰਦ ਹੈ। ਇਸ ਦੀਆਂ 4 ਤੁਕਾਂ ਹੁੰਦੀਆਂ ਹਨ। ਮਾਤਰਾਵਾਂ ਦੀ ਗਿਣਤੀ ਦੇ ਆਧਾਰ ਤੇ ਇਸ ਦੇ 3 ਰੂਪ ਹਨ। ਬਹੁਤਾ ਪ੍ਰਸਿੱਧ ਰੂਪ 36 ਮਾਤਰਾਵਾਂ ਵਾਲਾ ਹੈ। ਪਹਿਲਾ ਵਿਸ਼ਰਾਮ 16 ਮਾਤਰਾਵਾਂ ਉੱਤੇ, ਦੂਜਾ ਵਿਸ਼ਰਾਮ 12 ਮਾਤਰਾਵਾਂ ਉੱਤੇ ਅਤੇ ਤੀਜਾ ਵਿਸ਼ਰਾਮ 8 ਮਾਤਰਾਵਾਂ ਉੱਤੇ ਹੁੰਦਾ ਹੈ। ਉਦਾਹਰਨ ਵਜੋਂ 4 ਤੁਕਾਂ 16 ਜਮਾ 12 ਜਮਾ 8 ਤੇ ਵਿਸ਼ਰਾਮ 36 ਮਾਤਰਾਵਾਂ। ਨਿੰਦਕ ਨੇ ਹੈ ਨਿੰਦਾ ਕਰਨੀ, ਭਾਵੇਂ ਲੱਖ ਹਟਾਵੋ ਤੇ ਸਮਝਾਵੋ। ਕੁੱਤਾ ਟਲੇ ਨਾ ਹੱਡ ਚੱਬਣੋ, ਭਾਵੇਂ ਦੁੱਧ ਪਿਆਵੋ। ਖੀਰ ਖੁਆਵੋ, ਥਾਂ ਥਾਂ ਛਿੱਤਰ ਖਾਵੇ ਨਿੰਦਕ। ਉਸ ਨੂੰ ਸ਼ਰਮ ਨਾ ਆਵੇ, ਹਿੜ ਹਿੜ ਲਾਵੇ। ਜਾਚਕ ਅਜਿਹੀਆਂ ਲਗੌੜਾਂ ਤੋਂ, ਪੱਲਾ ਸਦਾ ਬਚਾਵੇ, ਨੇੜ ਨਾ ਜਾਵੇ। ਇੱਥੇ ਗਿਣਤੀ ਕਰ ਲਾਂਗੇ 2, ਇਹ ਸਿਆਰੀ ਨਾਲ ਟਿੱਪੀ ਆ ਗਈ ਇਸ ਕਰਕੇ 2 2 2 ਇਹ ਹੋ ਗਈਆਂ, 3 ਲਾਂ ਦੀਆਂ 2 ਹੋ ਗਈਆਂ, 5 2 ਦੁਲਾਂ ਦੀਆਂ ਹੋ ਗਈਆਂ, 7 2 ਫੇਰ ਟਿੱਪੀ ਦੀਆਂ ਹੋ ਗਈਆਂ, 9 2 ਕੰਨੇ ਦੀਆਂ ਹੋ ਗਈਆਂ, 11 ਫਿਰ 2 ਇਹ ਮੁਕਤਿਆਂ ਦੀਆਂ ਹੋ ਗਈਆਂ, 13 2 ਬਿਹਾਰੀ ਦੀਆਂ ਹੋ ਗਈਆਂ, 15 16 ਹੋ ਗਈਆਂ। ਇਹ 16 ਮਾਤਰਾ ਤੇ ਵਿਸ਼ਰਾਮ ਹੋ ਗਿਆ। ਫਿਰ 2 3 4 2 6 2 8 2 10 2 12 13 14 ਤੇ 2 16 16 ਤੋਂ ਬਾਅਦ ਵਿਸ਼ਰਾਮ। ਫਿਰ ਕੰਨੇ ਦੀਆਂ 2, ਲਾਂ ਦੀਆਂ 2, ਅੱਧਕ ਦੀਆਂ 2, ਮੁਕਤੇ ਦੀ 1। ਇਹ 2 4 6 7 8 2 10 2 12 ਤੋਂ ਬਾਅਦ ਵਿਸ਼ਰਾਮ ਆ ਗਿਆ ਤੇ ਕੋਮਾ ਆ ਗਿਆ। ਉਸ ਤੋਂ ਬਾਅਦ 8 ਤੇ ਵਿਸ਼ਰਾਮ। ਇਹ ਹੋ ਗਈਆਂ 2 3 4 2 6 2 8। ਇਸ ਤਰ੍ਹਾਂ 16 ਜਮਾ 12 ਜਮਾ 8।
ਇਸ ਤੋਂ ਬਾਅਦ ਇੱਥੇ ਗਿਣ ਲੈਂਦੇ ਆ 2 2 4 2 6 7 8 2 10 2 12 2 14 15 16 16 ਤੋਂ ਬਾਅਦ ਵਿਸ਼ਰਾਮ। ਫਿਰ 1 2 2 4 5 6 7 8 2 10 ਤੇ 2 12 ਤੋਂ ਬਾਅਦ ਵਿਸ਼ਰਾਮ। ਤੇ ਫਿਰ 1 2 3 4 2 6 ਤੇ 2 8 8 ਤੋਂ ਬਾਅਦ ਵਿਸ਼ਰਾਮ। ਇਸ ਤਰ੍ਹਾਂ ਹਰ ਤੁਕ ਵਿੱਚ 16 ਜਮਾ 12 ਜਮਾ 8 ਤੇ ਵਿਸ਼ਰਾਮ 36 ਮਾਤਰਾਵਾਂ ਇਸ ਤਰ੍ਹਾਂ ਜੋੜੀਆਂ ਗਈਆਂ ਹਨ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਤੁਹਾਡੇ ਪਾਠਕ੍ਰਮ ਵਿੱਚ ਸ਼ਾਮਲ ਛੰਦਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ। ਮੈਨੂੰ ਉਮੀਦ ਹੈ ਕਿ ਛੰਦ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਮੈਂ ਇੱਕ ਵਾਰ ਫਿਰ ਦੁਹਰਾ ਦਿਆਂ ਕਿ 3 ਚੀਜ਼ਾਂ ਯਾਦ ਰੱਖਣੀਆਂ ਨੇ। ਮੁਕਤਾ, ਮੁਕਤਾ ਉਹਨੂੰ ਕਹਿੰਦੇ ਨੇ ਜਿਹਨੂੰ ਕੋਈ ਮਾਤਰਾ ਨਹੀਂ ਲੱਗੀ ਹੁੰਦੀ। ਮੁਕਤਾ, ਸਿਹਾਰੀ ਤੇ ਔਂਕੜ, ਇਹਦੀ 1 ਮਾਤਰਾ ਗਿਣਨੀ ਹੈ। ਇਸ ਤੋਂ ਇਲਾਵਾ ਜਿੰਨੀਆਂ ਵੀ ਮਾਤਰਾ ਨੇ ਉਹਦੀਆਂ 2 ਮਾਤਰਾ ਗਿਣਨੀਆਂ ਨੇ। 2 ਤੋਂ ਵੱਧ ਮਾਤਰਾ ਨਹੀਂ ਗਿਣਨੀਆਂ। ਸਿਹਾਰੀ ਦੇ ਨਾਲ ਅੱਧਕ ਟਿੱਪੀ ਆ ਗਿਆ ਤੇ 2 ਮਾਤਰਾ ਗਿਣੀਆਂ ਜਾਣਗੀਆਂ। ਤੇ ਜੇ 4 ਮਾਤਰਾ ਨਹੀਂ ਗਿਣਨੀਆਂ, ਜੇ ਕਿਤੇ ਟਿੱਪੀ ਵੀ ਲੱਗੀ ਹੈ, ਦੁਲੈਂਕੜ ਵੀ ਲੱਗਿਆ ਤੇ 4 ਮਾਤਰਾ ਨਹੀਂ ਗਿਣਨੀਆਂ। 2 ਤੋਂ ਵੱਧ ਮਾਤਰਾ ਕਦੀ ਨਹੀਂ ਗਿਣਨੀਆਂ। ਉਦਾਹਰਨ ਲਿਖਣ ਤੋਂ ਪਹਿਲਾਂ ਉੱਪਰ ਇਹ ਜ਼ਰੂਰ ਲਿਖਣਾ ਹੈ ਤੇ ਉਸ ਤੋਂ ਬਾਅਦ ਇਹ ਨਿਸ਼ਾਨ ਵੀ ਜ਼ਰੂਰ ਲਾਉਣੇ ਨੇ। ਤੇ ਨੀਚੇ ਮਾਤਰਾ ਦੀ ਗਿਣਤੀ ਜਿੰਨੇ ਤੇ ਵਿਸ਼ਰਾਮ ਲਿਖਿਆ ਉਹਨੇ ਤੇ ਵਿਸ਼ਰਾਮ 'ਚ ਉਹ ਗਿਣਤੀ ਪੂਰੀ ਹੋਣੀ ਚਾਹੀਦੀ ਹੈ, ਤਾਂ ਹੀ ਤੁਹਾਡੇ ਛੰਦ ਜਿਹੜੇ ਹਨ ਲਿਖੇ ਹੋਏ ਸਹੀ ਮੰਨੇ ਜਾਣਗੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਧੰਨਵਾਦ।